ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਹਾਜ਼ਰ ਲੈ ਕੇ ਅੱਜ ਦਾ ਮੁੱਦਾ ਲਾਈਵ। ਅੱਜ ਦੀ ਗੱਲ ਕਰੀਏ ਤੇ ਅੱਜ ਅਸੀਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਹੋਏ ਜਿਹੜੇ ਵੱਖ-ਵੱਖ ਲੀਡਰ ਸਾਹਿਬਾਨ ਨੇ ਵੱਖ-ਵੱਖ ਇਲਾਕਿਆਂ ਤੋਂ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਨਾਲ ਹੁਣ ਤੱਕ ਜੁੜ ਚੁੱਕੇ ਨੇ ਬਠਿੰਡਾ ਤੋਂ ਸੁਖਪਾਲ ਸਿੰਘ ਸਰਾਂ ਜੀ, ਜਿਹੜੇ ਕਿ ਸੈਕਟਰੀ ਪੱਧਰ ਤੱਕ ਜਿਹੜਾ ਬੀਜੇਪੀ ਦੇ ਪੰਜਾਬ ਲੈਵਲ ਤੱਕ ਜਿਹੜੀ ਲੀਡਰਸ਼ਿਪ ਉਹਦੇ ਵਿੱਚ ਰਹਿ ਚੁੱਕੇ ਨੇ ਤੇ ਸਰਗਰਮ ਵਰਕਰ ਨੇ। ਤੇ ਨਾਲ ਦੀ ਨਾਲ ਜਲੰਧਰ ਤੋਂ ਸਾਡੇ ਨਾਲ ਜੁੜੇ ਨੇ ਐਸਸੀ ਮੋਰਚਾ ਦੇ ਮੋਹਿਤ ਭਾਰਦਵਾਜ ਜੀ ਐਡਵੋਕੇਟ ਸਾਹਿਬ, ਤੇ ਜਲਦੀ ਸਾਡੇ ਨਾਲ ਜੁੜਨ ਵਾਲੇ ਨੇ ਨਕੋਦਰ ਤੋਂ ਅਮਿਤ ਕੁਮਾਰ ਲਾਲੀ ਜੀ। ਤਿੰਨੋਂ ਸਰਗਰਮ ਲੀਡਰ ਨੇ ਬੀਜੇਪੀ ਦੇ। ਅਸੀਂ ਇਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਜੋ ਹਾਲਾਤ ਨੇ ਬੀਜੇਪੀ ਦੇ, ਉਹਦੇ ਲਈ ਕਿਹੜੇ ਫੈਕਟਰ ਨੇ ਜਿਹੜੇ ਚੰਗੇ ਨੇ, ਜਿਨ੍ਹਾਂ ਨੇ ਬੀਜੇਪੀ ਨੂੰ ਕੁਝ ਨਾ ਕੁਝ ਸਟੈਂਡ ਅਪ ਕਰਨ ਦੇ ਵਿੱਚ ਜਿਹੜੀ ਮਦਦ ਕੀਤੀ, ਔਰ ਨਾਲ ਦੀ ਨਾਲ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਹਲੇ ਹੋਣੀਆਂ ਬਾਕੀ ਨੇ, ਜਿਨ੍ਹਾਂ ਵੱਲ ਮੌਜੂਦਾ ਲੀਡਰਸ਼ਿਪ ਜਿਹੜੀ ਧਿਆਨ ਨਹੀਂ ਦੇ ਪਾਈ, ਉਹਨਾਂ ਉੱਤੇ ਵੀ ਖੁੱਲ੍ਹ ਕੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਆਪਾਂ ਸ਼ੁਰੂਆਤ ਕਰਦੇ ਹਾਂ ਜੀ ਮੋਹਿਤ ਭਾਰਦਵਾਜ ਜੀ ਤੋਂ। ਐਡਵੋਕੇਟ ਮੋਹਿਤ ਭਾਰਦਵਾਜ ਜੀ, ਕਿਵੇਂ ਦੇਖਦੇ ਹੋ, ਜਲੰਧਰ ਵਿੱਚ ਤੁਸੀਂ ਰਹਿੰਦੇ ਹੋ ਤੇ ਜਲੰਧਰ ਦੇ ਵਿੱਚ ਬੀਜੇਪੀ ਦੀ ਕਾਰਗੁਜ਼ਾਰੀ ਹੈ, ਉਹ ਪੋਜ਼ਿਟਿਵਲੀ ਉਹਨੂੰ ਕਿਵੇਂ ਦੇਖਦੇ? ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਸਰਾਂ ਸਾਹਿਬ, ਔਰ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖੋ ਜੀ, ਅਸੀਂ ਇਹ ਤਾਂ ਜਗ ਜ਼ਾਹਿਰ ਹੈ ਕਿ ਅਸੀਂ ਪਹਿਲੀ ਵਾਰੀ ਸਿੰਬਲ ਦੇ ਉੱਤੇ ਕੱਲਿਆਂ ਚੋਣ ਲੜੀ ਹੈ, ਔਰ ਸਾਡੇ ਦੇ ਉੱਤੇ ਇੱਕ ਟੈਗ ਲੱਗਾ ਹੋਇਆ ਸੀ, ਅਸੀਂ ਸ਼ਹਿਰਾਂ ਦੀ ਪਾਰਟੀ ਹੈ, ਪਿੰਡਾਂ ਦੇ ਵਿੱਚ ਸਾਡਾ ਆਧਾਰ ਨਹੀਂ ਹੈ। ਔਰ ਕਿਉਂਕਿ ਇਹ ਸੀਗਾ ਵੀ ਅਸੀਂ 117 ਵਿਧਾਨ ਸਭਾ ਦੀਆਂ ਅਗਰ ਸੀਟਾਂ ਲੜਦੇ ਸੀ, ਉਹਦੇ ਵਿੱਚ 94 ਸੀਟਾਂ ਤਾਂ ਅਕਾਲੀ ਦਲ ਲੜਦਾ ਸੀ, ਔਰ ਅਸੀਂ ਮਾਤਰ 23 ਸੀਟਾਂ ਲੜਦੇ ਸੀ। ਉਹਦੇ ਵਿੱਚ ਵੀ 90% ਸੀਟਾਂ ਉਹ ਸੀਗੀਆਂ ਜਿਹੜੀਆਂ ਸ਼ਹਿਰਾਂ ਦੀਆਂ ਵਿਧਾਨ ਸਭਾ ਸੀਟਾਂ ਸੀ। ਇਸੇ ਤਰ੍ਹਾਂ ਅਸੀਂ ਤਿੰਨ ਲੋਕ ਸਭਾ ਲੜਦੇ ਸੀ 13 ਦੇ ਵਿੱਚੋਂ, ਉਹ ਵੀ ਜਲੰਧਰ, ਹੁਸ਼ਿਆਰਪੁਰ ਔਰ ਗੁਰਦਾਸਪੁਰ ਦੀ ਲੋਕ ਸਭਾ। ਤੋਂ ਇਸ ਕਰਕੇ ਪਹਿਲੀ ਵਾਰ ਅਸੀਂ ਜਲੰਧਰ ਦੇ ਵਿੱਚ 9 ਵਿਧਾਨ ਸਭਾ ਹਲਕਿਆਂ 'ਚ ਚੋਣ ਲੜੀ ਹੈ। 3 ਤੇ ਅਸੀਂ ਲੜਦੇ ਸੀ, 6 ਹਲਕਿਆਂ 'ਚ ਅਸੀਂ ਬਿਲਕੁਲ ਹੀ ਨਵੇਂ ਸੀਗੇ। ਤੋਂ ਸਾਡੇ ਲਈ ਇਹ ਪ੍ਰਾਪਤੀ ਇਹ ਹੈ ਕਿ ਅਸੀਂ ਪਿੰਡਾਂ ਤੱਕ ਗਏ ਆ, ਸਾਡੇ ਬੂਥ ਲੱਗੇ ਨੇ, ਸਾਡੇ ਮੰਡਲ ਖੜੇ ਹੋਏ ਨੇ, ਸਾਡੇ ਬੂਥ ਦੀਆਂ ਟੀਮਾਂ ਖੜੀਆਂ ਹੋਈਆਂ। ਤੋਂ ਸਾਡੇ ਲਈ ਇੱਕ ਪ੍ਰਾਪਤੀ, ਔਰ ਬੜੇ ਛੋਟੇ ਸਮੇਂ 'ਚ, ਸਾਨੂੰ ਤਾਂ ਸਮਾਂ ਬੜਾ ਘੱਟ ਮਿਲਿਆ ਦੇਖਿਆ ਜਾਏ ਤਾਂ, ਕਿਉਂਕਿ ਸਾਡਾ ਆਰਗੇਨਾਈਜੇਸ਼ਨਲ ਸਟਰਕਚਰ ਜਿਹੜਾ ਹੈ ਉਹ ਤੁਸੀਂ ਕਹਿ ਸਕਦੇ ਹੋ ਰੀਕਨਸਟਰਕਸ਼ਨ ਦੇ ਉੱਤੇ ਅਸੀਂ ਚੱਲ ਰਹੇ ਸੀਗੇ। ਤਾਂ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਚਿੰਤਾ ਕਰਨ ਦੀ ਸਾਡੇ ਕਾਰਜਕਰਤਾ 'ਚ ਬੜਾ ਜੋਸ਼ ਹੈ, ਬੜਾ ਉਤਸ਼ਾਹ ਹੈ। ਔਰ ਤੁਸੀਂ ਦੇਖ ਸਕਦੇ ਹੋ 2 ਹਲਕੇ ਅਸੀਂ ਜਿੱਤੇ ਵੀ ਹੈ, ਜਲੰਧਰ ਨਾਰਥ ਦਾ ਔਰ ਜਲੰਧਰ ਸੈਂਟਰ ਦਾ ਹਲਕਾ ਅਸੀਂ ਜਿੱਤਿਆ, ਔਰ ਜਲੰਧਰ ਵੈਸਟ ਦੇ ਵਿੱਚ ਵੀ ਸਾਡੇ ਇੱਕ ਬੜੇ ਨੇਤਾ ਦੇ ਪਾਰਟੀ ਛੱਡ ਜਾਣ ਦੇ ਬਾਵਜੂਦ ਅਸੀਂ ਉੱਥੇ 21,000 ਦੇ ਲਗਭਗ ਵੋਟ ਲੈ ਗਏ ਆ। ਤਾਂ ਵੋਟ ਸ਼ੇਅਰ ਸਾਡਾ ਮਾੜਾ ਨਹੀਂ ਹੈ। ਕੈਂਟ ਵਿੱਚ ਅਸੀਂ 17,000 ਵੋਟ ਲੈ ਕੇ ਗਏ ਆ। ਤੋਂ ਚਿੰਤਾ ਕਰਨ ਦੀ ਜਿਹੜੀ ਸਾਡੀ ਗੱਲ ਸੀ ਦਿਹਾਤੀ ਹਲਕਿਆਂ 'ਚ, ਉੱਥੇ ਸਾਨੂੰ ਕਾਰਜਕਰਤਾ ਮਿਲ ਗਏ, ਟੀਮਾਂ ਖੜੀਆਂ ਹੋ ਗਈਆਂ ਸਾਡੀਆਂ। ਤੋਂ ਆਉਣ ਵਾਲਾ ਭਵਿੱਖ ਜੋ ਮੈਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਦਾ, ਔਰ ਸਾਡੇ ਲਈ ਅਸੀਂ ਬਹੁਤ ਕੁਝ ਇਸ ਇਲੈਕਸ਼ਨ 'ਚੋਂ ਗੇਨ ਕੀਤਾ ਹੈ। ਪਰ ਮੋਹਿਤ ਜੀ, ਤੁਸੀਂ ਤਾਂ ਜਲੰਧਰ ਵਿੱਚ ਰਹਿੰਦੇ ਹੋ, ਬੜਾ ਵੱਡਾ ਰੋਡ ਸ਼ੋਅ ਹੁੰਦਾ ਆ, ਜਿਹੜੇ ਵੱਡੇ ਵੱਡੇ ਮੰਤਰੀ ਨੇ, ਕੇਂਦਰ ਦੇ ਮੰਤਰੀ ਇੱਥੇ ਆ ਕੇ ਕਈ ਦਿਨ ਬੈਠੇ ਰਹਿੰਦੇ ਨੇ। ਪਰ ਉਸਦੇ ਬਾਵਜੂਦ ਕੀ ਲੱਗਦਾ ਜਿਹੜੀ ਵੇਵ ਜਿਹੜੀ ਨਜ਼ਰ ਆਣੀ ਚਾਹੀਦੀ ਸੀ, ਜੋ ਕੁਝ ਬੀਜੇਪੀ ਪੰਜਾਬ ਉਹਦੀਆਂ ਨੀਤੀਆਂ ਕਿਸ ਤਰੀਕੇ ਦੀਆਂ ਉਹ ਵਰਕਰਾਂ ਤੱਕ ਉਸ ਤਰੀਕੇ ਨਾਲ ਜਿਵੇਂ ਪਹੁੰਚ ਕਰਨੀ ਚਾਹੀਦੀ, ਪਹੁੰਚ ਕਰਦੇ ਨਜ਼ਰ ਨਹੀਂ ਆਏ। ਕੀ ਲੱਗਦਾ ਜਿਹੜੀ ਸੋਚ ਸਮਝ ਕੀ ਹੈ ਬੀਜੇਪੀ ਪੰਜਾਬ ਦੀ, ਜਿਹੜੀ ਕਿ ਹੋਰ ਬਿਹਤਰ ਕਰ ਸਕਦੀ ਹੈ? ਨਹੀਂ, ਠੀਕ ਹੈ ਤੁਹਾਡੀ ਗੱਲ, ਇਮਾਨਦਾਰੀ ਨਾਲ ਮੰਨੀਏ ਤਾਂ ਅਸੀਂ ਕਿਤੇ ਨਾ ਕਿਤੇ ਇਸ ਗੱਲ ਤੋਂ ਚੁੱਕ ਗਏ ਹਾਂ ਕਿ ਅਸੀਂ ਜਨਤਾ ਤੱਕ, ਮਾਸ ਲੈਵਲ ਤੱਕ, ਗ੍ਰਾਸ ਰੂਟ ਲੈਵਲ ਤੇ ਅਸੀਂ ਆਪਣੀਆਂ ਜੋ ਕੇਂਦਰ ਦੀਆਂ ਕਲਿਆਣਕਾਰੀ ਨੀਤੀਆਂ ਨੇ ਉਹਦਾ ਪ੍ਰਚਾਰ ਕਰਨ 'ਚ ਕਿਤੇ ਨਾ ਕਿਤੇ ਸਾਡੇ ਕੋਲੋਂ ਚੂਕ ਹੋਈ ਹੈ। ਕਿਉਂਕਿ ਜੇ ਆਪਾਂ ਦੇਖੀਏ ਜਨ ਸੁਵਿਧਾਵਾਂ ਦੀ, ਤੇ ਇਹ ਤਾਂ ਜਗ ਜ਼ਾਹਿਰ ਗੱਲ ਹੈ ਕਿ ਜਿੰਨੀਆਂ ਸੁਵਿਧਾਵਾਂ ਨੇ, ਕੇਂਦਰ ਦੀਆਂ ਸੁਵਿਧਾਵਾਂ ਨੇ, ਸੂਬੇ ਵਾਲੇ ਤਾਂ ਸਿਰਫ ਆਪਣਾ ਇੱਕ ਸਟੈਂਪ ਲਗਾ ਕਰਕੇ ਉਹਨੂੰ ਅੱਗੇ ਉਹਦੀ ਰੀਮਾਰਕੀਟਿੰਗ ਕਰ ਦਿੰਦੇ ਨੇ। ਜਿਵੇਂ ਜਨ ਧਨ ਯੋਜਨਾ ਦੇ ਅਧੀਨ ਅਸੀਂ ਕਿੰਨਾ ਕੰਮ ਕੀਤਾ ਹੈ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਮੈਂ ਜਲੰਧਰ ਦੀ ਗੱਲ ਕਰਾਂ ਤੇ ਸੈਂਕੜਾ ਨਹੀਂ ਹਜ਼ਾਰਾਂ ਮਕਾਨ ਜਲੰਧਰ ਦੇ ਵਿੱਚ ਜਨ ਧਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਬਣੇ ਨੇ। ਇਸੇ ਤਰ੍ਹਾਂ ਘਰ ਘਰ ਸਿਲੰਡਰ ਦੀ ਯੋਜਨਾ ਹੈ, ਆਯੁਸ਼ਮਾਨ ਯੋਜਨਾ ਹੈ, 5 ਲੱਖ ਤੱਕ ਦਾ ਜੋ ਹੈਲਥ ਬੀਮਾ ਹੈ ਉਹ ਕੇਂਦਰ ਦੀ ਸਕੀਮ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਅਸੀਂ 1100 ਤੋਂ ਵਧਾ ਕੇ 800 ਕਰੋੜ ਰੁਪਏ ਉਹਦਾ ਬਜਟ ਕਰ ਦਿੱਤਾ। ਔਰ ਪੰਜਾਬ ਅਸੀਂ ਜਾਣਦੇ ਹਾਂ ਦੇਸ਼ ਭਰ 'ਚ ਸਭ ਤੋਂ ਵੱਧ ਐਸਸੀ ਪਾਪੂਲੇਸ਼ਨ ਵਾਲਾ ਸੂਬਾ ਹੈ। ਪਰ ਹਾਂ, ਇਮਾਨਦਾਰੀ ਨਾਲ ਕੀ ਹੈ, ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਮੈਂ ਔਨ 에ਅਰ ਇੱਥੇ ਗੱਲ ਕਰ ਰਿਹਾ ਸੀ, ਆਮ ਜਨਤਾ ਤੱਕ ਲਿਜਾਣ 'ਚ ਥੋੜਾ ਅਸਫਲ ਰਹੇ। ਉਹਦਾ ਇੱਕ ਵੱਡਾ ਕਾਰਨ ਹੈ, ਜਿਵੇਂ ਮੈਂ ਪਹਿਲਾਂ ਦੱਸਿਆ, ਕਿ ਸਾਡਾ ਜੋ ਸੰਗਠਨ ਹੈ ਉਹ ਦਿਹਾਤੀ ਖੇਤਰ ਦੇ ਵਿੱਚ ਇੰਨਾ ਮਜ਼ਬੂਤ ਨਹੀਂ ਸੀ। ਅਸੀਂ 1 ਮਹੀਨਾ ਪਹਿਲਾਂ ਤਾਂ ਆਪਣੀ ਇਕਾਈ ਬਣਾਈ ਹੈ ਦਿਹਾਤੀ ਖੇਤਰ 'ਚ, ਕਿਉਂਕਿ ਅਕਾਲੀ ਦਲ ਲੜਦੇ ਸੀ, ਅਸੀਂ ਗਠਬੰਧਨ ਦਾ ਧਰਮ ਨਿਭਾਉਂਦੇ ਸੀ, ਅਸੀਂ ਉਹਨਾਂ ਦੇ ਖੇਤਰ ਦੇ ਵਿੱਚ ਜ਼ਿਆਦਾ ਇੰਟਰਫੇਅਰ ਨਹੀਂ ਸੀ ਕਰਦੇ। ਤੋਂ ਇਹੀ ਕਾਰਨ ਹੈ, ਤੁਸੀਂ ਦੇਖਿਆ ਹੋਏਗਾ ਕਿ ਸ਼ਹਿਰੀ ਖੇਤਰ ਦੇ ਵਿੱਚ ਅੱਜ ਵੀ ਭਾਜਪਾ ਨੂੰ ਲੀਡ ਮਿਲੀ ਹੈ। ਸ਼ਹਿਰ ਦੇ 2 ਹਲਕੇ ਵਿਧਾਨ ਸਭਾ ਅਸੀਂ ਜਿੱਤੇ ਆ, ਔਰ ਪਿੰਡਾਂ ਦੇ ਵਿੱਚ ਅਸੀਂ ਇਹ ਪਹਿਲੀ ਵਾਰ ਅਸੀਂ ਆਪਣੀਆਂ ਟੀਮਾਂ ਖੜੀਆਂ ਕੀਤੀਆਂ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਸਾਡਾ ਕਿਤੇ ਨਾ ਕਿਤੇ ਫੇਲੀਅਰ ਰਿਹਾ ਹੈਗਾ, ਉਹਦਾ ਕਾਰਨ ਹੀ ਸੀਗਾ ਸੰਗਠਨ ਦਾ ਢਾਂਚਾ ਨਾ ਹੋਣਾ।
ਮੈਨੂੰ ਲੱਗਦਾ ਭਵਿੱਖ ਵਾਸਤੇ ਚੰਗੇ ਸੰਕੇਤ ਹੈ ਕਿ ਸਾਡਾ ਢਾਂਚਾ ਜੋ ਸੰਗਠਨ ਦਾ ਖੜਾ ਹੋਇਆ, ਤੇ ਅਗਲੀ ਤਿਆਰੀ ਅਸੀਂ ਜ਼ੋਰਾਂ ਸ਼ੋਰਾਂ ਨਾਲ ਅੱਜ ਤੋਂ ਹੀ ਉਸ ਤਿਆਰੀ 'ਚ ਲੱਗ ਗਏ ਹਾਂ ਜੀ। ਸੁਖਪਾਲ ਸਿੰਘ ਸਰਾਂ ਜੀ ਲੱਗਦਾ ਆਊਟ ਹੋ ਗਏ ਕਿਸੇ ਕਾਰਨ। ਸਰਾਂ ਸਾਹਿਬ, ਮੇਰੀ ਆਵਾਜ਼ ਆ ਰਹੀ ਤੁਹਾਡੇ ਤੱਕ? ਲੱਗਦਾ ਸੁਖਪਾਲ ਜੀ ਦੀ ਕੋਈ ਤਕਨੀਕੀ ਜਿਹੜੀ ਦਿੱਕਤ ਆ ਗਈ। ਜਦ ਤੱਕ ਜੁੜਦੇ ਨੇ ਆਪਾਂ ਉਦੋਂ ਤੱਕ ਆਪਣੀ ਅਗਲੀ ਜਿਹੜੀ ਗੱਲਬਾਤ ਆ ਉਹ ਮੋਹਿਤ ਜੀ ਨਾਲ ਜਾਰੀ ਰੱਖਦੇ ਆ। ਮੋਹਿਤ ਜੀ, ਸ਼ਹਿਰ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹਲਕੇ ਜਿਹੜੇ 1-2 ਹਲਕਿਆਂ ਵਿੱਚ ਹੱਥ ਉੱਪਰ ਗਿਆ, ਬੀਜੇਪੀ ਜਿਹੜੀ ਕੈਂਟ ਦੇ ਵਿੱਚ ਵੀ ਮੌਜੂਦ ਨਜ਼ਰ ਆਈ ਹੈ। ਕੀ ਲੱਗਦਾ ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ, ਨਗਰ ਨਿਗਮ ਦੀਆਂ ਚੋਣਾਂ, ਉਹਦੇ ਵਿੱਚ ਕਿੰਨੀ ਕੁ ਫਿਰ ਇਹਦੀ ਤਿਆਰੀ ਜਿਹੜੀ ਹੋ ਚੁੱਕੀ ਹੈ? ਕੀ ਸਟੇਟਸ ਰਹਿਣ ਵਾਲਾ ਲੱਗਦਾ ਉਹਦੇ ਮੱਦੇ ਕਿੱਥੇ ਪਾਰਟੀ ਸਟੈਂਡ ਕਰੇਗੀ? ਮੁਕਾਬਲਾ ਕਿਹਦੇ ਨਾਲ ਹੋਏਗਾ? ਆਮ ਆਦਮੀ ਪਾਰਟੀ ਨਾਲ ਹੋਏਗਾ ਕਿ ਕਾਂਗਰਸ ਪਾਰਟੀ ਨਾਲ ਹੋਏਗਾ? ਮੈਨੂੰ ਲੱਗਦਾ ਜੀ ਆਮ ਆਦਮੀ ਪਾਰਟੀ ਦੇ ਨਾਲ ਹੀ ਇਸ ਵਾਰ ਮੁਕਾਬਲਾ ਰਹਿਣ ਵਾਲਾ ਹੈ। ਤੋ ਕਿਉਂਕਿ ਉਹਨਾਂ ਨੇ ਲੋਕ ਸਭਾ ਵੀ ਜਿੱਤ ਕੇ ਦਿਖਾਈ ਹੈ, ਅਸੀਂ ਉਹਨਾਂ ਨੂੰ ਨਕਾਰ ਤਾਂ ਨਹੀਂ ਸਕਦੇ। ਉਹ ਸੱਤਾ ਤੇ ਕਾਬਜ ਧਿਰ ਵੀ ਹੈ, ਔਰ ਪੰਜਾਬ ਦਾ ਇੱਕ ਟ੍ਰੈਂਡ ਵੀ ਰਿਹਾ ਹੈਗਾ ਕਿ ਜਿਨ੍ਹਾਂ ਦੀ ਸਰਕਾਰ ਹੋਵੇ ਸੂਬੇ ਦੇ ਵਿੱਚ, ਲੋਕਲ ਇਲੈਕਸ਼ਨਾਂ 'ਚ, ਚਾਹੇ ਉਹ ਕਾਰਪੋਰੇਸ਼ਨ ਦੀਆਂ ਹੋਣ ਚਾਹੇ ਉਹ ਕੌਂਸਲ ਦੀਆਂ ਇਲੈਕਸ਼ਨਾਂ ਹੋਣ, ਤੋ ਇੱਕ ਝੁਕਾਅ ਰਹਿੰਦਾ ਹੈ ਲੋਕਾਂ ਦਾ। ਤੋ ਇਸ ਕਰਕੇ ਮੁਕਾਬਲਾ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਹੀ ਮੰਨਾਂਗੇ। ਕਾਂਗਰਸ ਪਾਰਟੀ ਦਾ ਕੀ ਭਵਿੱਖ ਨਜ਼ਰ ਆ ਰਿਹਾ? ਕਾਂਗਰਸ ਪਾਰਟੀ ਦਾ ਮੈਨੂੰ ਪੰਜਾਬ ਦੇ ਵਿੱਚ ਕੋਈ ਬਾਹਲਾ ਵਧੀਆ ਭਵਿੱਖ ਨਹੀਂ ਲੱਗ ਰਿਹਾ। ਉਹਨਾਂ ਨੇ ਤਾਂ ਆਪਣਾ ਕਿਲਾ ਹੀ ਨਹੀਂ ਬਚਾ ਪਾਏ ਜਲੰਧਰ ਦਾ, ਤੇ ਉਹ ਤੋਂ ਆਪਾਂ ਨੂੰ ਨਜ਼ਰ ਆਉਂਦਾ ਕਿ ਉਹਨਾਂ ਦੀ ਜੋ ਗੁੱਟਬੰਦੀ ਹੈ, ਜੋ ਉਹਨਾਂ ਦੇ ਵਿੱਚ ਸੰਗਠਨਾਤਮਕ ਦ੍ਰਿਸ਼ਟੀ ਨਾਲ ਬਹੁਤ ਸਾਰੇ ਧੜੇ ਬਣ ਚੁੱਕੇ ਨੇ। ਉਹ ਕਿਸੇ ਦਾ ਮੂੰਹ ਸੱਜੇ ਪਾਸੇ, ਕਿਸੇ ਦਾ ਖੱਬੇ ਪਾਸੇ, ਤੇ ਉਹ ਕਾਰਜਕਰਤਾ ਫਿਰ ਉੱਥੇ ਕਨਫਿਊਜ਼ ਹੋ ਜਾਂਦਾ ਹੈ। ਇਸ ਕਰਕੇ ਜ਼ਿਆਦਾ ਉਹਨਾਂ ਦਾ ਅੱਛਾ ਨਹੀਂ ਕਰ ਪਾਉਣਗੇ ਕਾਰਪੋਰੇਸ਼ਨ ਇਲੈਕਸ਼ਨ, ਮੇਰਾ ਇਹ ਮੰਨਣਾ ਹੈ ਜੀ। ਤੇ ਬੀਜੇਪੀ ਦੀ ਆਪਾਂ ਗੱਲ ਕਰ ਰਹੇ ਸੀ। ਬੀਜੇਪੀ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਆ, ਤੁਸੀਂ ਬੀਜੇਪੀ ਦੇ ਵਿੱਚੋਂ, ਇਸ ਕਰਕੇ ਉਹਦੀ ਤਾਰੀਫ ਕਰਨੀ ਤਾਂ ਚਲੋ ਇੱਕ ਜ਼ਰੂਰੀ ਵੀ ਬਣ ਜਾਂਦੀ ਹੈ, ਇੱਕ ਅਨੁਸ਼ਾਸਨ ਦੇ ਵਿੱਚ ਵੀ ਗੱਲ ਆ ਜਾਂਦੀ ਹੈ। ਪਰ ਕੁਝ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਐਸੀਆਂ ਕਿਹੜੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਅਗਰ ਪਾਰਟੀ ਕਰ ਲੈਂਦੀ ਹੈ, ਕਿਹੜੇ ਐਸੇ ਵਰਗ ਨੇ ਜਿਨ੍ਹਾਂ ਨੂੰ ਅਗਰ ਛੂਹ ਲੈਂਦੀ ਹੈ ਤਾਂ ਜਿਹੜੀ ਪਾਰਟੀ ਆ ਉਹ ਅੱਗੇ ਜਿਹੜੀ ਹੈ ਬਦਲਣ 'ਚ ਸਹਾਇਕ ਹੋਏਗੀ? ਤੇ ਉਦੋਂ ਤੱਕ ਅਸੀਂ, ਜਦ ਤੱਕ ਤੁਸੀਂ ਗੱਲਬਾਤ ਜਾਰੀ ਰੱਖੋ, ਤੇ ਮੈਂ ਕੋਸ਼ਿਸ਼ ਕਰਦਾ ਉਦੋਂ ਤੱਕ ਕਿ ਸ਼ਾਇਦ ਕੋਈ ਤਕਨੀਕੀ ਖਰਾਬੀ ਜਿਹੜੀ ਆ ਗਈ ਤਾਂ ਆਪਾਂ ਸਰਾਂ ਸਾਹਿਬ ਨੂੰ ਵੀ ਦੁਬਾਰਾ ਆਪਣੇ ਨਾਲ ਜੋੜ ਲਈਏ। ਜੀ ਮੋਹਿਤ ਜੀ। ਨਹੀਂ ਸੰਧੂ ਸਾਹਿਬ, ਦੇਖੋ ਇਸ ਤਰ੍ਹਾਂ ਤਾਰੀਫ ਦੀ ਗੱਲ ਨਹੀਂ ਹੈ। ਅਸੀਂ ਤਾਂ ਆਰਗੇਨਾਈਜੇਸ਼ਨ 'ਚ ਆਏ ਤਾਂ ਹੈਗੇ ਆ, ਭਾਰਤੀ ਜਨਤਾ ਪਾਰਟੀ 'ਚ ਅਗਰ ਅਹੁਦੇਦਾਰੀ ਹੈ ਮੇਰੇ ਕੋਲ, ਮੈਂ ਪੰਜਾਬ ਦਾ ਅਹੁਦੇਦਾਰ ਹਾਂ, ਤਾਂ ਤਾਰੀਫ ਦੀ ਗੱਲ ਨਹੀਂ ਬਣਦੀ। ਇਹ ਅਸੀਂ ਜਿਹੜਾ ਪੱਖ ਪਾਰਟੀ ਦਾ ਰੱਖਣਾ ਹੈ, ਇਹ ਸਾਡਾ ਫਰਜ਼ ਵੀ ਹੈ ਔਰ ਅਸੀਂ ਕਰ ਵੀ ਰਹੇ ਹਾਂ। ਤੋ ਜਿੱਥੋਂ ਤੱਕ ਤੁਸੀਂ ਕਹਿ ਰਹੇ ਹੋ ਕਿਹੜੇ ਵਰਗਾਂ ਨੂੰ ਜੋੜ ਲੈਂਦੇ, ਇਸ ਤਰ੍ਹਾਂ ਨਹੀਂ, ਅਸੀਂ ਹਰ ਵਰਗ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਇੱਕ ਐਸੀ ਪਾਰਟੀ ਹੈ ਜਿਹੜੀ ਵਰਗ ਵਿਸ਼ੇਸ਼ ਦੀ ਰਾਜਨੀਤੀ ਨਹੀਂ ਕਰਦੀ। ਤੇ ਅਸੀਂ ਦੇਸ਼ ਦੇ ਰਾਸ਼ਟਰਪਤੀ ਅਨੁਸੂਚਿਤ ਜਾਤੀ ਸਮਾਜ ਤੋਂ ਬਣਾਏ ਨੇ, ਔਰ ਇੱਕ ਮੁਸਲਿਮ ਸਮਾਜ ਤੋਂ ਅਸੀਂ ਰਾਸ਼ਟਰਪਤੀ ਜਦੋਂ ਅਬਦੁਲ ਕਲਾਮ ਜੀ ਬਣੇ, ਉਹ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਨਾਲ ਹੀ ਉਹਨਾਂ ਨੇ, ਐਨਡੀਏ ਨੇ ਉਹਨਾਂ ਨੂੰ ਨੋਮੀਨੇਟ ਕੀਤਾ ਸੀ ਉਹਨਾਂ ਨੂੰ। ਤਾਂ ਇਸ ਕਰਕੇ ਈਵਨ ਚਰਨਜੀਤ ਸਿੰਘ ਅਟਵਾਲ ਜੀ ਜਿਹੜੇ ਕੈਂਡੀਡੇਟ ਸੀ ਸਾਡੇ, ਇਹਨਾਂ ਦੇ ਪਿਤਾ ਜੀ ਡਿਪਟੀ ਸਪੀਕਰ ਬਣੇ ਆ, ਉਦੋਂ ਐਨਡੀਏ ਦੀ ਸਰਕਾਰ ਸੀ। ਸੋ ਇਸ ਕਰਕੇ ਵਰਗ ਵਿਸ਼ੇਸ਼ ਦੀ ਗੱਲ ਨਹੀਂ ਹੈ। ਕਮੀਆਂ ਰਹੀਆਂ, ਕਮੀਆਂ ਉਹੀ ਹੈ, ਸੰਗਠਨ ਦਾ ਢਾਂਚਾ ਥੋੜਾ ਜਿਹਾ ਹੱਲੇ, ਅਸੀਂ ਇਕੱਲੇ ਪਹਿਲੀ ਵਾਰ ਫੀਲਡ 'ਚ ਆਏ ਹਾਂ, ਸੰਗਠਨ ਦਾ ਢਾਂਚਾ ਨਾ ਹੋਣ ਕਰਕੇ ਕੁਝ ਚੀਜ਼ਾਂ ਅਸੀਂ ਜਨ ਤੱਕ ਪ੍ਰਚਾਰ ਪ੍ਰਸਾਰ ਨਹੀਂ ਕਰ ਪਾਏ, ਇਹੀ ਕਮੀ ਸੀ। ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਸਾਡੀ ਰਣਨੀਤੀ ਦੇ ਵਿੱਚ ਜਾਂ ਪਾਰਟੀ ਦੀ ਜਿਹੜੀ ਮਨਸ਼ਾ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਸੀ। ਜੀ ਮੋਹਿਤ ਜੀ, ਆਮ ਤੌਰ ਤੇ ਜਦੋਂ ਗੱਲਬਾਤ ਹੁੰਦੀ ਹੈ ਨਾ ਬੀਜੇਪੀ ਦੇ ਖੇਤਰਾਂ ਦੇ ਵਿੱਚ, ਤੇ ਇਹ ਗੱਲ ਮੰਨੀ ਜ਼ਰੂਰ ਜਾਂਦੀ ਹੈ ਕਿ ਜਿਹੜੀ ਪਾਰਟੀ ਦਾ ਆਧਾਰ ਹੈ, ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆ, ਉਹਦੀਆਂ ਜਿਹੜੀਆਂ ਨੀਤੀਆਂ ਨੇ, ਯੂਥ ਜਿਹੜਾ ਉਹਦੇ ਤੋਂ ਜ਼ਿਆਦਾ ਪ੍ਰਭਾਵਿਤ ਨਜ਼ਰ ਨਹੀਂ ਆ ਰਿਹਾ। ਤੇ ਇਸੇ ਤਰ੍ਹਾਂ ਜਿਹੜਾ ਬੀਜੇਪੀ ਜਿਹੜੀ ਰਾਸ਼ਟਰਵਾਦ ਦੀ ਗੱਲ ਲੈ ਕੇ ਚੱਲਦੀ ਹੈ, ਉਹ ਵੀ ਗੱਲ ਹਲੇ ਇੰਨੀ ਪ੍ਰਭਾਵਿਤ ਇਸ ਕਰਕੇ ਨਹੀਂ ਕਰਦੀ ਕਿ ਜਿਹੜਾ ਅੱਜ ਦਾ ਯੂਥ ਆ ਉਹ ਕੀ ਚਾਹੁੰਦਾ, ਸ਼ਾਇਦ ਉਹਦੀ ਨਬਜ਼ ਜਿਹੜੀ ਹੈ ਬੀਜੇਪੀ ਨਹੀਂ ਫੜ ਪਾਉਂਦੀ। ਬੀਜੇਪੀ ਦੇ ਵਿੱਚ ਯੂਥ ਦਾ ਰੁਝਾਨ ਬੀਜੇਪੀ ਵੱਲ ਹੋਣ ਦੀ ਥਾਂ ਤੇ ਆਮ ਆਦਮੀ ਪਾਰਟੀ ਵੱਲ ਨੂੰ ਰੁਝਾਨ ਜਿਹੜਾ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਉਹ ਜਦੋਂ ਗੱਲ ਕਰਦੀ ਹੈ ਰੋਜ਼ਗਾਰ ਦੇਣ ਦੀ ਗੱਲ ਕਰਦੀ ਹੈ, ਪ੍ਰੈਕਟੀਕਲ ਗੱਲਾਂ ਜਿਹੜੀਆਂ ਉਹ ਕਰਦੀ ਹੈ, ਜਦੋਂ ਕਿ ਬੀਜੇਪੀ ਦੇ ਵਿੱਚ ਆਮ ਤੌਰ ਤੇ ਜ਼ਿਆਦਾ ਸਭ ਤੋਂ ਭਾਰੂ ਜਿਹੜੀ ਗੱਲ ਹੈ ਉਹ ਰਾਸ਼ਟਰਵਾਦ ਦੀ ਹੁੰਦੀ। ਔਰ ਰਾਸ਼ਟਰਵਾਦ ਵੀ ਇਸ ਤਰੀਕੇ ਦਾ ਜਿਹੜਾ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣਾ ਸਭ ਕੁਝ ਜਿਹੜਾ ਤਿਆਗ ਕੇ, ਸਭ ਕੁਝ ਕੁਰਬਾਨ ਕਰਕੇ ਜਿਹੜਾ ਉਹ ਦੇਸ਼ ਦੇ ਹਿੱਤ ਵਿੱਚ ਜਿਹੜਾ ਉਹ ਚੱਲਣਾ ਹੈ। ਤੇ ਆਮ ਤੌਰ ਤੇ ਬੀਜੇਪੀ ਦੇ ਵਿੱਚ ਇਹ ਵੀ ਗੱਲ ਸ਼ਿਕਾਇਤ ਰਹਿੰਦੀ ਹੈ ਕਿ ਜਿਹੜੇ ਵਰਕਰ ਕੰਮ ਕਰਦੇ ਨੇ, ਅਗਰ ਦੇਖੋ ਜਿਵੇਂ ਕਾਂਗਰਸ ਪਾਰਟੀ ਹੈ, ਕਾਂਗਰਸ ਪਾਰਟੀ 'ਚ ਆਮ ਤੌਰ ਤੇ ਇਹ ਰਿਹਾ ਕਿ ਉਹ ਆਪਣਾ ਜਿਹੜਾ ਵਰਕਰ ਹੈ ਉਹਨੂੰ ਪਹਿਲਾਂ
ਫਾਈਨੈਂਸ਼ੀਅਲੀ ਤੌਰ ਤੇ ਵੀ, ਆਰਥਿਕ ਤੌਰ ਤੇ ਵੀ ਬੰਦਾ ਮਜ਼ਬੂਤ ਹੋਵੇ, ਉਹਦੇ ਕੋਲ ਰੁਜ਼ਗਾਰ ਹੋਵੇ, ਇਸ ਚੀਜ਼ ਨੂੰ ਵੀ ਪਹਿਲ ਦਿੰਦੇ ਆ। ਇੱਕ ਦੂਜੇ ਦੇ ਕੰਮ ਲੋਕ ਆਉਂਦੇ ਰਹੇ, ਔਰ ਇਹੀ ਕਾਰਨ ਹੈ ਸ਼ਾਇਦ ਕਿ 65-70 ਸਾਲ ਤੱਕ ਲਗਾਤਾਰ ਜਿਹੜੀ ਕਾਂਗਰਸ ਪਾਰਟੀ ਹੈ ਉਹਦਾ ਵਰਕਰ ਜਿਹੜਾ ਅੱਜ ਵੀ ਕੇਡਰ ਜਿਹੜਾ ਉਹਦਾ ਕਾਇਮ ਆ, ਔਰ ਉਹ ਸੱਤਾ ਦੇ ਵਿੱਚ ਵੀ ਰਹੀ ਹੈ। ਕਿਤੇ ਨਾ ਕਿਤੇ ਚੀਜ਼ ਦਾ ਯੋਗਦਾਨ ਹੁੰਦਾ ਬਹੁਤ ਵੱਡਾ ਕਿ ਅਗਰ ਤੁਹਾਡੇ ਜਿਹੜੇ ਸਾਥੀ ਨੇ, ਤੁਹਾਡੇ ਨਾਲ ਚੱਲਣ ਵਾਲੇ ਲੋਕ ਨੇ, ਅਗਰ ਉਹਨਾਂ ਦੇ ਪੇਟ ਭਰੇ ਹੋਏ ਆ, ਰੋਟੀ ਜਿਹੜੀ ਆ ਉਹਨਾਂ ਨੂੰ ਮਿਲ ਰਹੀ ਹੈ, ਭੁੱਖੜ ਪਾਣੇ, ਤਾਂ ਕਹਿੰਦੇ ਰੱਬ ਦੀ ਭਗਤੀ ਵੀ ਨਹੀਂ ਹੁੰਦੀ। ਤੇ ਆਪਾਂ ਬੀਜੇਪੀ ਇਹ ਕਿਵੇਂ ਸੋਚ ਸਕਦੀ ਹੈ ਕਿ ਜਿਹੜਾ ਉਹਨਾਂ ਦਾ ਵਰਕਰ ਕੇਡਰ ਹੈ ਉਹ ਭੁੱਖਣ ਪਾਣਾ ਹੀ ਉਹਨਾਂ ਦੇ ਨਾਲ ਚੱਲੇ, ਜਦੋਂ ਕਿ ਲੀਡਰਾਂ ਦੇ ਵਿੱਚ ਤਾਂ ਜਿਹੜੀ ਇਸ ਤਰ੍ਹਾਂ ਦੀ ਆਰਥਿਕ ਤੌਰ ਤੇ ਖੁਸ਼ਹਾਲੀ ਦੀ ਕੋਈ ਕਮੀ ਨਹੀਂ ਹੈ। ਤੇ ਮੇਰਾ ਖਿਆਲ ਹੈ ਕਿ ਜਿਹੜਾ ਆਮ ਵਿਅਕਤੀ ਹੈ, ਉਹ ਆਮ ਵਿਅਕਤੀ ਜਿਹੜਾ ਉਹ ਬੀਜੇਪੀ ਵੱਲ ਨੂੰ ਹਾਲੇ ਤੱਕ ਜਿਹੜਾ ਉਹ ਕੈਸ਼ ਨਹੀਂ ਹੋ ਪਾਇਆ। ਇਹ ਇੱਕ ਵੱਡਾ ਖਲਾਅ ਨਜ਼ਰ ਨਹੀਂ ਆ ਰਿਹਾ ਤੁਹਾਨੂੰ? ਨਹੀਂ ਸੰਧੂ ਸਾਹਿਬ, ਇਸ ਤਰ੍ਹਾਂ ਤੁਸੀਂ ਬੜੇ ਪੰਜਾਬ ਦੇ ਪੱਤਰਕਾਰਤਾ ਦੇ ਖੇਤਰ 'ਚ ਬੜੇ ਜਾਣੇ ਮਾਣੇ ਔਰ ਪ੍ਰਸਿੱਧ ਪੱਤਰਕਾਰ ਹੋ, ਤੁਸੀਂ ਫਿਰ ਘੁਮਾ ਫਿਰਾ ਕਰਕੇ ਉਸ ਵਿਸ਼ੇ ਤੇ ਲਿਆਉਣਾ ਕਿ ਤਾਂ ਮੈਨੂੰ ਨਹੀਂ ਲੱਗਦਾ ਕਿ ਜੋ ਕਾਰਜਕਰਤਾ ਦਾ ਢਿੱਡ ਨਹੀਂ ਭਰਿਆ ਜਾਂ ਕਾਰਜਕਰਤਾ ਨੂੰ ਅਸੀਂ ਫਾਈਨੈਂਸ਼ੀਅਲੀ ਸੈੱਟ ਨਹੀਂ ਕਰਦੇ, ਇਹ ਵਿਸ਼ਾ ਹੀ ਨਹੀਂ ਹੈ। ਸਾਡੇ ਭਾਰਤੀ ਜਨਤਾ ਪਾਰਟੀ ਦਾ ਤਾਂ ਬੜਾ ਕਲੀਅਰ ਹੈ। ਭਾਜਪਾ ਦੀ ਜੋ ਪਾਲਿਸੀ ਹੈ, ਨੀਤੀ ਹੈ, ਉਹ ਹੈ ਰਾਸ਼ਟਰ ਪੁਨਰ ਨਿਰਮਾਣ ਦੀ, ਰਾਸ਼ਟਰ ਜਾਗਰਣ ਦੀ, ਇਸ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ। तो इस संकल्प ਨੂੰ ਲੈ ਕਰਕੇ ਭਾਜਪਾ ਦਾ ਕਾਰਜਕਰਤਾ ਲੱਗਾ ਹੋਇਆ, ਉਹਦੇ ਵਾਸਤੇ ਤਾਂ ਤਪਸਵੀ ਲੋਕ ਨੇ। ਮਾਨनीय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਕ ਪ੍ਰਚਾਰਕ ਰਹੇ ਨੇ, ਉਹਨਾਂ ਦਾ ਤਾਂ ਆਪਣਾ ਪਰਿਵਾਰ ਵੀ ਨਹੀਂ, ਵਿਆਹ ਵੀ ਨਹੀਂ ਕਰਾਇਆ, ਕਿਉਂਕਿ ਇਸ ਦੇਸ਼ ਨੂੰ ਆਪਣਾ ਪਰਿਵਾਰ ਮੰਨਿਆ। ਇਸੇ ਤਰ੍ਹਾਂ ਖੱਟਰ ਸਾਹਿਬ ਗਵਾਂਢੀ ਸੂਬੇ ਦੇ ਮੁੱਖ ਮੰਤਰੀ, तो इसी तरह योगी जी। तो साडी जो नेतृत्व है, साडी जो लीडरशिप है, वो निस्वार्थ लीडरशिप है। अपना आप देश दे उत्ते, समाज दे उत्ते निछावर करके मैं इस समाज वास्ते, इस देश वास्ते की कर सकदा है, ऐसा संकल्प लेके चलने वाली लीडरशिप है। तो ये मैनूं नहीं लगदा ये विषय है कि साडे कार्यकर्ता नूं रोजगार या फाइनेंशियली असीं सैटल करिए, वो अपने आप ही जदों जी। लेकिन मोहित जी ये गल ते तुसीं भी स्वीकार करोगे कि राष्ट्रवाद की पहचान सिर्फ RSS नहीं है। RSS ਦੇ ਕੇਡਰ ਤੋਂ ਜਿਹੜਾ ਵਿਅਕਤੀ ਆਉਂਦਾ, ਸਿਰਫ ਉਸੇ ਨੂੰ ਤੁਸੀਂ ਇਹ ਨਹੀਂ ਮੰਨ ਸਕਦੇ ਕਿ ਇਹੀ ਰਾਸ਼ਟਰਵਾਦੀ ਪਹਿਚਾਣ ਹੈ, ਇਹੀ ਕਮਿਟਡ ਵਰਕਰ ਹੈ, ਇਹੀ ਦੇਸ਼ ਲਈ ਸਮਰਪਿਤ ਹੈ। ਦੇਸ਼ ਲਈ ਸਮਰਪਿਤ ਕਿਸੇ ਵੀ ਧਾਰਮਿਕ ਔਰ ਕਿਸੇ ਵੀ ਸਮਾਜਿਕ ਵਰਤਾਰੇ ਦੇ ਵਿੱਚੋਂ ਜਿਹੜੀ ਹੈ ਉਹ ਲੀਡਰਸ਼ਿਪ ਨਿਕਲ ਸਕਦੀ ਹੈ। ਪਰ ਇਹ ਤਾਂ ਮੋਟਾ ਮੰਨਣਾ ਤਾਂ ਰਹਿੰਦਾ ਨਾ ਕਿ ਆਮ ਤੌਰ ਤੇ ਪਾਰਟੀ ਇਹ ਹੁੰਦਾ ਕਿ ਜਿਹੜਾ ਬੰਦਾ ਕਹਿੰਦੇ ਆਰਥਿਕ ਤੌਰ ਤੇ ਖੁਸ਼ਹਾਲ ਨਹੀਂ, ਉਹਨੂੰ ਸਿਆਸਤ ਵਿੱਚ ਕੋਈ ਵੀ ਪਾਰਟੀ ਜਿਹੜੀ ਅੱਗੇ ਨਹੀਂ ਉਭਾਰ ਕੇ ਰਾਜੀ। ਕਿਉਂਕਿ ਜਿਹੜਾ ਸਾਡਾ ਤੰਤਰ ਚੱਲਦਾ, ਸਿਸਟਮ ਚੱਲਦਾ, ਉਹ 'ਚ ਇਹੀ ਮੰਨਿਆ ਜਾਂਦਾ ਕਿ ਜਿਹੜਾ ਬੰਦਾ ਆਰਥਿਕ ਤੌਰ ਤੇ ਖੁਸ਼ਹਾਲ ਹੈ, ਸ਼ਾਇਦ ਉਹੀ ਜ਼ਿਆਦਾ ਸਿਆਣਾ ਆ, ਜਾਂ ਉਹੀ ਜਿਹੜਾ ਅੱਜ ਦੇ ਸਮੇਂ ਦੇ ਜਿਹੜੀ ਰਿਕੁਆਇਰਮੈਂਟ ਆ ਉਹਦੀ ਪੂਰਤੀ ਕਰ ਸਕਦਾ। ਕਿ ਕੋਈ ਵੋਟਰਾਂ 'ਚ ਜਾਣਾ, ਸਾਰਾ ਸਰਗਰਮ ਕਰਨੀ, ਉਹਦੀ ਸਰਗਰਮੀ ਵਾਸਤੇ ਜ਼ਰੂਰੀ ਹੈ ਕਿ ਫਾਈਨੈਂਸ਼ਲੀ ਉਹ ਖੁਦ ਮਜ਼ਬੂਤ ਹੋਣਾ ਚਾਹੀਦਾ। ਤੇ ਬਹੁਤ ਸਾਰੀਆਂ ਇਦਾਂ ਦੀਆਂ ਮਿਸਾਲਾਂ ਜਿਹੜੀਆਂ ਪੰਜਾਬ ਦੇ ਵਿੱਚ ਤਾਂ ਨਹੀਂ ਮਿਲ ਪਾਈਆਂ, ਜਿੱਥੇ ਆਪਾਂ ਕਿਹਾ ਹੋਵੇ ਕਿ ਬੀਜੇਪੀ ਨੇ ਕਿਸੇ ਗੈਰ RSS ਵਾਲੇ ਨੂੰ ਵੀ ਕਿਸੇ ਨੂੰ ਮੰਨਿਆ ਹੋਵੇ ਕਿ ਹਾਂ ਇਹ ਵੀ ਲੋਕ ਜਿਹੜੇ ਨੇ ਇਹ ਕਾਬਲ ਨੇ, ਇਹਨਾਂ ਦੇ ਵਿੱਚੋਂ ਵੀ ਕਿਸੇ ਨੂੰ ਅੱਗੇ ਉਭਾਰ ਕੇ ਲਿਆਂਦਾ ਜਾਵੇ, ਜਾਂ ਉਹਨਾਂ ਨੂੰ ਕੁਝ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ, ਤੇ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਤੌਰ ਤੇ ਵੀ ਮਜ਼ਬੂਤ ਕਰਕੇ ਅੱਗੇ ਵਧਾਇਆ ਜਾ ਸਕਦਾ। ਜਿਹੜਾ ਯੂਥ ਹੈ ਉਹਨੂੰ ਆਪਣੇ ਨਾਲ ਜੋੜਨ ਦੀ ਖਾਸ ਕੋਸ਼ਿਸ਼ ਕੀਤੀ ਜਾਵੇ। ਖਾਸ ਤੌਰ ਤੇ ਮਹਿਲਾ ਵਰਗ ਨੂੰ ਜਿਹੜੀ ਹੈ ਉਹ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਹਾਲੇ ਤੱਕ ਬੀਜੇਪੀ ਤੋਂ ਨਜ਼ਰ ਨਹੀਂ ਆਈ। ਇਹ ਤੁਸੀਂ ਮੰਨਦੇ ਹੋ ਕਿ RSS ਦੇ ਵਿੱਚ ਵੀ ਜਿਵੇਂ ਉਹਦੀ ਇੱਕ ਆਪਣੀ ਅਲੱਗ ਭਾਵੇਂ ਪਹਿਚਾਣ ਹੈ, ਪਰ ਉਹਦੇ ਵਿੱਚ ਵੀ ਔਰਤਾਂ ਉਸ ਤਰੀਕੇ ਨਾਲ ਸ਼ਮੂਲੀਅਤ ਨਹੀਂ ਕਰ ਪਾਈਆਂ ਜਿਸ ਤਰੀਕੇ ਨਾਲ ਕਰਵਾਈ ਜਾ ਸਕਦੀ ਸੀ, ਔਰ ਉਹਦੇ ਰਾਹੀਂ ਜਿਹੜਾ ਆਮ ਜਨ ਤੱਕ, ਹਰ ਘਰ ਦੇ ਵਿੱਚ ਜਿਹੜੀ ਮਾਂ ਹੁੰਦੀ ਹੈ, ਜਿਹੜੀ ਔਰਤ ਹੁੰਦੀ ਹੈ, ਘਰ ਦਾ ਆਧਾਰ ਹੁੰਦੀ ਹੈ, ਉਹਨੂੰ ਮੈਨੂੰ ਲੱਗਦਾ ਆਪਣੇ ਨਾਲ ਜੋੜਨ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਪੰਜਾਬ ਵਿੱਚ ਖਾਸ ਤੌਰ ਤੇ ਕਮੀ ਨਜ਼ਰ ਆਉਂਦੀ ਹੈ। ਸਹਿਮਤ ਹੋ ਇਹਦੇ ਨਾਲ? ਨਹੀਂ ਸੰਧੂ ਸਾਹਿਬ, ਮੈਂ ਇਹ ਜਿਹੜਾ ਇੱਕ ਭ੍ਰਾਂਤੀ ਫੈਲੀ ਹੋਈ ਹੈ ਸਮਾਜ ਦੇ ਵਿੱਚ ਜਾਂ ਸਿਸਟਮ ਦੇ ਵਿੱਚ, ਮੈਂ ਇੱਕ ਸੰਘ ਦਾ ਕਾਰਜਕਰਤਾ ਹੋਣ ਦੇ ਨਾਤੇ, ਬੈਕਗ੍ਰਾਉਂਡ ਹੋਣ ਦੇ ਨਾਤੇ ਤੁਹਾਨੂੰ ਥੋੜਾ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ। ऐसा नहीं है कि महिलावां की शमूलियत नहीं है। राष्ट्रीय सेविका समिति देश ਦਾ ਨਹੀਂ, ਦੁਨੀਆ ਦਾ ਸਭ ਤੋਂ ਵੱਡਾ ਆਰਗੇਨਾਈਜੇਸ਼ਨ ਹੈ ਜਿਹੜੇ ਮਹਿਲਾਵਾਂ ਦੇ ਲਈ ਕੰਮ ਕਰਦਾ ਹੈ। ਰਾਸ਼ਟਰੀ ਸੇਵਿਕਾ ਸਮਿਤੀ ਦੇ ਨਾਮ ਦੇ ਉੱਤੇ ਇਸ ਦੇਸ਼ 'ਚ ਕੰਮ ਹੋ ਰਿਹਾ, ਬਸ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਪੰਜਾਬ 'ਚ ਅਸੀਂ ਸੰਗਠਨ ਨਹੀਂ ਖੜਾ ਕਰ ਪਾਏ, ਇਸ ਕਰਕੇ ਲੋਕਾਂ ਦੇ ਵਿਸ਼ੇ ਧਿਆਨ 'ਚ ਨਹੀਂ ਆਏ। ਬਾਕੀ ਜਗ੍ਹਾ ਧਿਆਨ 'ਚ ਹੈ, ਅਸੀਂ ਜਿੱਤਦੇ ਵੀ ਹਾਂ, ਰਿਪੀਟ ਵੀ ਕਰਦੇ ਹਾਂ। 2 ਸੀਟਾਂ ਤੋਂ ਸ਼ੁਰੂ ਹੋਏ 300 ਪਲੱਸ ਗਏ ਹਾਂ ਲਗਾਤਾਰ। ਪਿਛਲੇ 30 ਸਾਲ 'ਚ ਸਾਡਾ ਗ੍ਰਾਫ 40 ਸਾਲ 'ਚ ਵੱਧ ਰਿਹਾ ਹੈ। दूसरे पासे ਜਿਹੜੇ 477 ਵਾਲੇ ਸੀਗੇ ਉਹ ਲਗਾਤਾਰ ਡਿਕਲਾਈਨ ਕਰਦੇ 40-42 ਤੇ ਆ ਕਰਕੇ ਰੁਕ ਗਏ। ਸੋ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਵੱਡੇ ਪ੍ਰੋਸਪੈਕਟਿਵ 'ਚ ਦੇਖੀਏ ਤਾਂ ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਅਸੀਂ ਯੂਥ ਨੂੰ ਅਟਰੈਕਟ ਨਹੀਂ ਕਰ ਪਾਏ, ਜਾਂ ਮਹਿਲਾ ਸਾਡੀ ਜੋ ਮਾਤਰ ਸ਼ਕਤੀ ਹੈ ਅਸੀਂ ਉਹਨੂੰ ਅਟਰੈਕਟ ਨਹੀਂ ਕਰ ਪਾਏ। ਤਾਂ ਇਹ ਵਿਸ਼ਾ ਨਹੀਂ ਹੈ। ਪੰਜਾਬ 'ਚ ਉਂਗਲ ਉੱਠੇਗੀ ਕਿਉਂਕਿ ਅਸੀਂ ਚੋਣ ਹਾਰੇ ਆ, ਉਹਦੀ ਸਮੀਖਿਆ ਵੀ ਹੋਏਗੀ, ਉਹਦੇ ਉੱਤੇ ਕਿਹੜੇ ਕਾਰਨ ਰਹੇ ਉਹਨੂੰ ਦੂਰ ਕਰਨ ਦੇ ਵਾਸਤੇ ਅੱਗੇ ਤੋਂ ਨੀਤੀਆਂ ਵੀ ਬਣਨਗੀਆਂ।
ਪਰ ਹਾਂ ਇਸ ਗੱਲ ਦੇ ਉੱਤੇ ਮੈਂ ਬਿਲਕੁਲ ਸਹਿਮਤ ਨਹੀਂ ਹਾਂ ਕਿ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈ ਮਹਿਲਾਵਾਂ ਨੂੰ ਜਾਂ ਯੂਥ ਨੂੰ ਅਟਰੈਕਟ ਕਰਨ ਵਾਸਤੇ ਪਾਲਿਸੀਜ਼ ਦੀ ਸਕੀਮਾਂ ਨਹੀਂ ਬਣਾਉਂਦੀ। ਦੇਖੋ ਨਾ, ਉਜਵਲ ਯੋਜਨਾ ਜਿਹੜੀ ਹੈ, ਘਰ ਘਰ ਸਿਲੰਡਰ ਮੇਰੀਆਂ ਮਾਤਾਵਾਂ, ਜਦੋਂ ਮੈਂ ਟੀਵੀ ਦੇ ਉੱਤੇ ਕਈ ਵਾਰ ਦੇਖਿਆ, ਈਵਨ ਸਾਡਾ ਜਿਹੜਾ ਮੰਨਿਆ ਜਾਂਦਾ ਹੈ ਕਿ ਸਾਡੇ ਹਮੇਸ਼ਾ ਚੈਨਲ ਉਹ ਐਲਟੀ ਚੱਲਿਆ, ਐਨਡੀਟੀਵੀ, ਉਹਨਾਂ ਨੇ ਦਿਖਾਇਆ ਕਿ ਇੱਕ ਮੁਸਲਿਮ ਸਮਾਜ ਦੀ ਮਹਿਲਾ ਜਦੋਂ ਲੱਕੜੀਆਂ ਕੱਟ ਕੇ ਲਿਆ ਰਹੀ ਹੈ, ਆਪਣੀ ਗਿੱਠੀ ਜਵਾ ਰਹੀ ਹੈ, ਉਹ ਖੰਗ ਰਹੀ ਹੈ, ਉਹਦੇ ਬੱਚੇ ਉਹਦੇ ਨਾਲ ਬੈਠੇ ਪੜ ਰਹੇ ਨੇ, ਉਹਨਾਂ ਦਾ ਬੁਰਾ ਹਾਲ ਹੈ। ਉਹਨੇ ਕਿਹਾ ਕਿ ਜਦ ਦਾ ਸਿਲੰਡਰ ਆਇਆ ਤੇ ਮੇਰੀ ਉਤੱਦੀ ਜ਼ਿੰਦਗੀ ਬਦਲੀ ਹੈ, ਮੈਨੂੰ ਮੇਰੇ ਘਰ ਦੇ ਵਿੱਚ ਚੁੱਲ੍ਹਾ ਮਿਲਿਆ। ਨਹੀਂ ਤਾਂ ਆਪਾਂ ਜਾਣਦੇ ਹਾਂ ਅੱਜ ਤੋਂ 10 ਸਾਲ ਪਹਿਲਾਂ ਸਿਲੰਡਰ ਵਾਸਤੇ ਮੈਂਬਰ ਪਾਰਲੀਮੈਂਟ ਤੱਕ ਤਾਂ ਸਿਫਾਰਿਸ਼ ਕਰਦੇ ਸੀ। ਤੁਹਾਡੀ ਗੱਲ ਬਹੁਤ ਵਧੀਆ, ਜਿਹੜੀ ਉਜਵਲਾ ਯੋਜਨਾ ਉਹ ਬੜੀ ਸਰਕਾਰ ਨੇ ਬੜੇ ਖੂਬ ਉਹਦਾ ਪ੍ਰਚਾਰ ਕੀਤਾ, ਪਰ ਅੱਜ ਅਗਰ ਗੱਲ ਕਰੀਏ ਉਜਵਲਾ ਯੋਜਨਾ ਦੇ ਰਾਹੀਂ ਸਿਲੰਡਰ ਤੇ ਤੁਸੀਂ ਦੇ ਦਿਓਗੇ ਇੱਕ ਵਾਰ, ਪਰ ਉਹਦੀ ਰੀਫਿਲਿੰਗ ਜਿਹੜੀ ਆ ਉਹ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਆ। ਸਿਲੰਡਰ 1150 ਤੋਂ ਉੱਪਰ ਜਿਹੜਾ ਉਹ ਸਿਲੰਡਰ ਇਸ ਵੇਲੇ ਭਰਨਾ ਸ਼ੁਰੂ ਹੋ ਗਿਆ, ਤੇ ਆਮ ਲੋਕਾਂ ਦੀ ਅੱਜ ਕੱਲ ਔਰਤਾਂ ਦੀ ਮੰਗ ਵੀ ਇਹੀ ਹੈ ਕਿ ਸਿਲੰਡਰ ਬਹੁਤ ਮਹਿੰਗਾ ਹੋਇਆ ਜੀ, ਉਹਨੂੰ ਸਰਕਾਰ ਸਸਤਾ ਕਰਾਵੇ। ਅਸੀਂ ਵੀ ਗਏ ਆ ਮਾਰਕੀਟ 'ਚ, ਇਹੀ ਨਜ਼ਰ ਆਇਆ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਕੋਲੋਂ ਵੀ ਇਹੀ ਮੰਗ ਕੀਤੀ ਜਾਂਦੀ ਸੀ ਕਿ ਸਿਲੰਡਰ ਸਸਤਾ ਕਰਵਾ ਦਿਓ ਜੀ, ਸਾਡੇ ਵਾਸਤੇ ਸਭ ਤੋਂ ਮੁਸ਼ਕਲ ਹੈ। ਕੀ ਤੁਹਾਨੂੰ ਨਹੀਂ ਲੱਗਦਾ ਕਿ ਮਹਿੰਗਾ ਸਿਲੰਡਰ ਵੀ ਜਿਹੜਾ ਉਹ ਔਰਤਾਂ ਦੇ ਵਿੱਚ ਜਗ੍ਹਾ ਜਿਹੜੀ ਬੀਜੇਪੀ ਦੀ ਬਣ ਸਕਦੀ ਸੀ ਹੋਰ ਵੱਡੀ, ਉਹਨੂੰ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਅੜਚਣ ਹੈ? ਕਿ ਉਹਦੇ ਉੱਤੇ ਨੀਤੀਆਂ ਬਣਾਉਣ ਦੀ ਲੋੜ ਹੈ? ਜਿਹੜੀ ਸਬਸਿਡੀ ਆਪਾਂ ਖਤਮ ਕੀਤੀ ਹੈ ਇੱਕ ਪਾਸੇ, ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਬਿਜਲੀ ਦੇ ਉੱਤੇ ਵੀ ਵੱਡੀ ਸਬਸਿਡੀ ਦਿੱਤੀ, 300 ਯੂਨਿਟ ਫ੍ਰੀ ਕੀਤੇ। ਤੁਹਾਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਫਿਰ ਵੀ ਬੀਜੇਪੀ ਨਾਲੋਂ ਅੱਗੇ ਜਾਣ 'ਚ, ਔਰ ਕਾਂਗਰਸ ਨੂੰ ਵੀ ਜਿਹੜਾ ਕ੍ਰਾਸ ਕਰ ਗਈ, ਉਹਦੇ ਵਿੱਚ ਜਿਹੜਾ ਫ੍ਰੀ ਜਿਹੜੀ ਬਿਜਲੀ ਮਿਲੀ ਹੈ, ਜਿਹੜੀ ਲੋਕਾਂ ਨੂੰ ਸਹੂਲਤ ਮਿਲੀ ਹੈ, ਜਿਹੜੀ ਰਾਹਤ ਮਿਲੀ ਹੈ ਬੇਰੁਜ਼ਗਾਰ ਲੋਕਾਂ ਨੂੰ ਜਾਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਜਿਹੜੀ ਰਾਹਤ ਮਿਲੀ, ਉਹਦਾ ਕੋਈ ਵੱਡਾ ਯੋਗਦਾਨ ਹੈ। ਕਿ ਬੀਜੇਪੀ ਕੋਲ ਤਾਂ ਦੀ ਕੋਈ ਯੋਜਨਾ ਨਹੀਂ ਹੈ ਹੁਣ ਤੱਕ? ਦੇਖੋ, ਬੀਜੇਪੀ ਕੋਲ ਤਾਂ ਯੋਜਨਾਵਾਂ ਦਾ ਭੰਡਾਰ ਹੈ, ਪਰ ਅਸੀਂ ਇਸ ਨੀਤੀ 'ਚ ਯਕੀਨ ਨਹੀਂ ਰੱਖਦੇ ਕਿ ਆਪਣੇ ਘਰ ਦਾ ਸੋਫਾ ਵੇਚ ਕੇ ਮੈਂ ਪਨੀਰ ਲਿਆਵਾਂ ਤੇ ਪਨੀਰ ਖਾਵਾਂ ਤੇ ਖੁਸ਼ ਹੋਵਾਂ। ਮੈਨੂੰ ਲੱਗਦਾ ਹੈ ਅਗਰ ਮੈਂ ਸੂਬਾ ਮੇਰਾ ਕਰਜ਼ੇ ਦੇ ਥੱਲੇ ਹੈ, ਬੁਰੀ ਤਰ੍ਹਾਂ ਨਾਲ ਚਰਮਰਾ ਗਈ ਹੈ ਸਾਡੀ ਵਿਵਸਥਾ, ਸਾਨੂੰ 7 ਵਜੇ ਤੋਂ ਲੈ ਕੇ 2 ਵਜੇ ਤੱਕ ਟਾਈਮ ਕਰਨਾ ਪਿਆ। ਇਹ ਕਿਉਂ ਕੀਤਾ ਹੈ? ਆਪਾਂ ਸਭ ਜਾਣਦੇ ਹਾਂ, ਤੁਸੀਂ ਬੁੱਧੀਜੀਵੀ ਵਰਗ ਨਾਲ ਸੰਬੰਧ ਰੱਖਦੇ ਹੋ, ਤੁਹਾਨੂੰ ਤਾਂ ਪਤਾ ਹੋਏਗਾ ਕਿ ਬਿਜਲੀ ਦੀ ਖਪਤ ਘੱਟ ਹੋਏ, ਕਿਉਂਕਿ ਸਾਡੇ ਕੋਲ ਆਉਣ ਵਾਲੇ ਭਵਿੱਖ 'ਚ ਸਾਨੂੰ ਨਜ਼ਰ ਹੀ ਨਹੀਂ ਆ ਰਿਹਾ ਕਿ ਅਸੀਂ ਕਿੱਥੋਂ ਬਿਜਲੀ ਦੀ ਸਪਲਾਈ ਦੇ ਪਾਵਾਂਗੇ। ਕਰਜ਼ੇ ਤੇ ਕਰਜ਼ਾ ਸਾਡੇ ਚੜ ਰਿਹਾ। ਤਾਂ ਜਿੱਥੋਂ ਤੱਕ ਫ੍ਰੀ ਦੀ ਗੱਲ ਹੈ, ਫ੍ਰੀ ਨਾਲੋਂ ਕਿਸ ਨੂੰ ਕੈਪੇਬਲ ਬਣਾਉਣਾ ਚਾਹੀਦਾ ਹੈ। ਸਾਡਾ ਮੇਨ ਫੋਕਸ ਹੁੰਦਾ ਹੈ ਸਿੱਖਿਆ ਦੇ ਉੱਤੇ, ਮੇਨ ਫੋਕਸ ਹੁੰਦਾ ਹੈ ਮੇਕ ਇਨ ਇੰਡੀਆ ਯੋਜਨਾ ਸਾਡੀ, ਕਿ ਰੋਜ਼ਗਾਰ ਲੱਗੇ, ਨਵੀਂ ਇੰਡਸਟਰੀ ਆਵੇ। ਅੱਜ ਤੁਸੀਂ ਦੇਖ ਲਓ ਦੇਸ਼ 'ਚ ਕਿੰਨੇ ਵੱਡੇ ਪੱਧਰ ਦੇ ਉੱਤੇ ਇਨਵੈਸਟਮੈਂਟ ਹੋਈ ਹੈ। ਦੁਨੀਆ ਦਾ ਸਭ ਤੋਂ ਵੱਡਾ ਕਾਰਖਾਨਾ ਲੱਗਿਆ ਯੂਪੀ ਦੇ ਵਿੱਚ, ਮੇਕ ਇਨ ਇੰਡੀਆ। ਕਿਸੇ ਮਾਰਕੀਟ ਦੇ ਵਿੱਚ ਜਾਈਏ, ਤੁਸੀਂ ਜਾ ਕੇ ਇੱਕ ਪ੍ਰੈਕਟੀਕਲ ਤੌਰ ਤੇ ਕਰ ਸਕਦੇ ਹੋ। ਇਹ ਨਹੀਂ ਕਿ ਮੈਂ ਬੀਜੇਪੀ ਦਾ ਸਪੋਕਸਪਰਸਨ ਨਾਲ ਮੈਂ ਗੱਲ ਕਰਾਂਗਾ। ਕਿਸੇ ਵੀ ਦੁਕਾਨ ਤੇ ਆਪਾਂ ਜਾ ਕੇ ਅਗਰ ਉਹਨੂੰ ਉਦਾਹਰਨ ਦੇ ਨਾਮ ਤੇ ਪੁੱਛੀਏ ਕਿ ਬਈ ਮੈਨੂੰ ਅਡਾਪਟਰ ਚਾਹੀਦਾ ਹੈ ਜਾਂ ਪਾਵਰ ਬੈਂਕ ਚਾਹੀਦਾ, ਮੈਂ ਗਿਆ ਪਿੱਛੇ, ਜੇ ਮੈਂ ਆਪਣੀ ਗੱਲ ਦੱਸਦਾ, ਉਹਨੇ 10 ਪਾਵਰ ਬੈਂਕ ਦਿਖਾਏ, ਉਹਦੇ ਚੋਂ 7 ਜਾਂ 8 ਇੰਡੀਅਨ ਕੰਪਨੀਜ਼ ਦੇ ਸੀਗੇ। ਇਹਦਾ ਮਤਲਬ ਹੈ ਇਸ ਦੇਸ਼ 'ਚ ਪ੍ਰੋਡਕਸ਼ਨ ਸ਼ੁਰੂ ਹੋਈ ਹੈ। ਇਸ ਦੇਸ਼ 'ਚ ਅਗਰ ਪ੍ਰੋਡਕਸ਼ਨ ਸ਼ੁਰੂ ਹੋਈ ਹੈ ਤਾਂ ਰੋਜ਼ਗਾਰ ਇੱਥੇ ਦੇ ਲੋਕਾਂ ਨੂੰ ਮਿਲਿਆ, ਇੱਥੇ ਦੀ ਇਕਨੋਮੀ ਜਿਹੜੀ ਉਹ ਸਟਰੋਂਗ ਹੋਈ ਹੈ। ਤਾਂ ਹਾਂ, ਪੰਜਾਬ ਦੇ ਸਵਾਲ ਉੱਠਣਗੇ, ਉਹ ਮੈਂ ਉਸ ਗੱਲ ਨੂੰ ਮੰਨਦਾ, ਉਹਦੇ ਤੇ ਸਮੀਖਿਆ ਹੋਏਗੀ ਤੇ ਅਸੀਂ ਉਹਦਾ। ਮੋਹਨ ਜੀ, ਤੁਸੀਂ ਐਜੂਕੇਸ਼ਨ ਦੀ ਖਾਸ ਤੌਰ ਤੇ ਗੱਲ ਕੀਤੀ ਹੈ। ਪੰਜਾਬ ਦੇ ਲਈ ਕਿਹੜੀ ਐਸੀ ਨੀਤੀ ਹੈ ਜਿਹਦੇ ਨਾਲ ਲੋਕੀ ਪ੍ਰਾਈਵੇਟ ਸਕੂਲਾਂ ਨੂੰ ਭੱਜਣਾ ਬੰਦ ਕਰਤਾ, ਸਰਕਾਰੀ ਤੰਤਰ ਮੌਜੂਦ ਹੋ ਗਿਆ? ਸੈਂਟਰ ਗਵਰਨਮੈਂਟ ਨੇ ਇਦਾਂ ਦਾ ਕਿਹੜਾ ਕੰਮ ਕੀਤਾ? ਕੀ ਬਜਟ ਦਿੱਤਾ ਕੋਈ ਪੰਜਾਬ ਸਰਕਾਰ ਨੂੰ, ਜਾਂ ਕਿਹੜੀ ਨੀਤੀ ਲੈ ਕੇ ਆਉਂਦੀ ਜਿਹਦੇ ਨਾਲ ਆਪਾਂ ਮੰਨੀਏ ਕਿ ਬੀਜੇਪੀ ਦਾ ਕੋਈ ਰੋਲ ਹੈ ਸਿੱਖਿਆ ਨੂੰ ਸੁਧਾਰ ਵਿੱਚ, ਔਰ ਸਿਹਤ ਦੇ ਸੁਧਾਰ ਲਈ ਵੀ ਕਿਹੜਾ ਖਾਸ ਐਸਾ ਕੰਮ ਕੀਤੇ ਨੇ ਜਿਹੜੇ ਲੱਗਦੇ ਨੇ ਕਿ ਹਾਂ ਸੱਚਮੁੱਚ ਆਮ ਜਨ ਤੱਕ ਪਹੁੰਚ ਕੇ ਲੋਕਾਂ ਨੂੰ ਰਾਹਤ ਮਿਲੀ ਹੈ? ਮੁਹੱਲਾ ਕਲੀਨਿਕ ਦੇ ਮੁਕਾਬਲੇ ਤੇ ਕੋਈ ਚੀਜ਼ ਜਿਹੜੀ ਆ ਹੋਰ ਕਿਸੇ ਪਾਰਟੀ ਵੱਲੋਂ ਦੀ ਸਰਕਾਰ ਵੱਲੋਂ ਜਿਹੜੀ ਆ ਹਲੇ ਨਜ਼ਰ ਨਹੀਂ ਆ ਰਹੀ। ਕੀ ਕਾਰਨ ਹੈ ਕਿ ਪੰਜਾਬ 'ਚ ਕੇਂਦਰੀ ਯੋਜਨਾਵਾਂ ਜਿਹੜੀਆਂ ਉਹ ਉਹਦਾ ਫਰੂਟਫੁਲ ਨਜ਼ਰ ਨਹੀਂ ਆ ਰਿਹਾ ਤੇ ਲੋਕਾਂ ਦੇ ਮਨ ਨੂੰ ਪ੍ਰਭਾਵਿਤ ਨਹੀਂ ਕਰ ਰਹੀ? ਸੂਬਾ ਸਰਕਾਰ ਦੀ ਨਾਕਾਮੀ, ਉਹਨਾਂ ਦਾ ਫੇਲੀਅਰ, ਉਹਨਾਂ ਦੀ ਇੱਛਾ ਸ਼ਕਤੀ, ਫੰਡ ਹੀ ਕਿਤੇ ਹੋਰ ਡਾਈਵਰਟ ਹੋ ਜਾਂਦਾ। ਤੁਸੀਂ ਮੈਨੂੰ ਇਹ ਦੱਸੋ, ਆਯੁਸ਼ਮਾਨ ਯੋਜਨਾ ਜਿਹਦੇ ਅਧੀਨ 5 ਲੱਖ ਤੱਕ ਦਾ ਇਲਾਜ ਜਿਹੜਾ ਹੈ ਇੱਕ ਲੋੜਵੰਦ ਪਰਿਵਾਰ, ਜਿਹੜਾ ਜ਼ਰੂਰਤਮੰਦ ਪਰਿਵਾਰ ਆ, ਉਹ ਕਰਾ ਸਕਦਾ ਹੈ, ਤਾਂ ਕਿਹਦੀ ਯੋਜਨਾ ਹੈ? ਆਯੁਸ਼ਮਾਨ ਯੋਜਨਾ ਤਾਂ ਕੇਂਦਰ ਦੀ ਯੋਜਨਾ ਹੈ। ਫਿਰ ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੈਸਾ 1100 ਤੋਂ ਵਧਾ ਕੇ 900 ਕਰੋੜ ਕਰ ਦਿੱਤਾ। ਸੂਬੇ ਦੇ ਵਿੱਚ 32% ਆਬਾਦੀ ਜਿਹੜੀ ਐਸੀ ਪਾਪੂਲੇਸ਼ਨ ਜਿਹੜੀ 2011 ਦਾ ਡਾਟਾ ਹੈ, ਉਹ ਕੇਂਦਰ ਦੀ ਯੋਜਨਾ ਹੈ। ਤਾਂ ਇਹ ਯੋਜਨਾਵਾਂ ਹੁਣ ਜਿਹੜਾ ਪਿੱਛੇ ਜੇ ਅਸੀਂ ਪੀਜੀਆਈ ਨੂੰ ਸੈਟੇਲਾਈਟ ਸੈਂਟਰ ਹੈ ਪੰਜਾਬ ਨੂੰ, ਉਹ ਕੇਂਦਰ ਦੀ ਦੇਣ ਹੈ ਪੀਜੀਆਈ ਸੈਟੇਲਾਈਟ ਸੈਂਟਰ। ਇਸ ਤੋਂ ਇਲਾਵਾ ਏਮਸ ਕਿੰਨੀ ਤੇਜ਼ੀ ਨਾਲ ਦੇਸ਼ 'ਚ ਵਧੇ ਨੇ। ਪਰ ਫਰਕ ਇਹੀ ਹੈ ਕਿ ਅਸੀਂ ਇੱਥੇ ਕਿਤੇ ਨਾ ਕਿਤੇ ਇਮਾਨਦਾਰੀ ਨਾਲ ਮੈਂ ਚੀਜ਼ ਮੰਨਦਾ, ਇਹ ਜਿਹੜੀਆਂ ਪਾਲਿਸੀਆਂ ਜਨ ਕਲਿਆਣਕਾਰੀ ਨੀਤੀਆਂ ਨੇ, ਉਹ ਜਨ ਦੇ ਵਿੱਚ ਲਿਜਾਣ ਦੇ ਵਿੱਚ ਅਸੀਂ ਅਸਫਲ ਹੋਏ ਹਾਂ। ਉਹ ਸਾਡਾ ਇੱਕ ਫੇਲੀਅਰ ਹੈ। ਨੀਤੀਆਂ 'ਚ ਕੋਈ ਕਮੀ ਨਹੀਂ ਹੈ, ਸਾਡੀ ਮਨਸ਼ਾ 'ਚ ਕੋਈ ਕਿਸੇ ਤਰ੍ਹਾਂ ਦਾ ਕਮੀ ਨਹੀਂ ਹੈ, ਸਿਰਫ ਅਸੀਂ ਪ੍ਰਚਾਰ ਔਰ ਪ੍ਰਸਾਰ ਕਰਨ 'ਚ ਕਿਤੇ ਨਾ ਕਿਤੇ ਨਾਕਾਮ ਰਹੇ ਹਾਂ। ਇਸ ਦਾ ਮਤਲਬ ਤੁਸੀਂ ਮੰਨਦੇ ਹੋ ਕਿ ਪੰਜਾਬ ਦੀ ਜਿਹੜੀ ਤੁਹਾਡੀ ਲੀਡਰਸ਼ਿਪ ਹੈ, ਜਿਹੜੀ ਪੰਜਾਬ ਦੀ ਬਾਡੀ ਹੈ, ਤੋਂ ਜਿਹੜੇ ਕਾਰਜਕਰਤਾ ਨੇ, ਉਹਨਾਂ ਦੇ ਕਿਤੇ ਕੰਮ ਕਰਨ ਦੇ ਤਰੀਕੇ 'ਚ ਫਰਕ ਹੈ, ਜਿਹੜਾ ਕਿ ਪੰਜਾਬੀ ਸਟਾਈਲ ਨਾਲ ਕੰਮ ਨਹੀਂ ਕਰਦੇ, ਉਹ ਕਿਸੇ ਹੋਰ ਸਟਾਈਲ ਨਾਲ ਕੰਮ ਕਰਦੇ ਨੇ,
ਜਿਸ ਕਰਕੇ ਸ਼ਾਇਦ ਉਹ ਪਛੜ ਰਹੇ। ਨਹੀਂ ਦੇਖੋ, ਜਲੰਧਰ ਦੇ ਵਿੱਚ ਜਿੱਥੋਂ 2 ਹਲਕਿਆਂ 'ਚ ਲੀਡ ਮਿਲੀ ਹੈ, ਉੱਥੇ ਕਿਹੜੇ ਸਟਾਈਲ ਦੀ ਗੱਲ ਕਰਾਂਗੇ ਆਪਾਂ। ਜਲੰਧਰ ਨਾਰਥ ਦੇ ਵਿੱਚ ਸ਼੍ਰੀਮਾਨ KD ਭੰਡਾਰੀ ਜੀ ਦੇ ਕੋਲ ਹਲਕੇ ਦੀ ਕਮਾਂਡ ਸੀ, ਉਹਨਾਂ ਨੇ ਲੀਡ ਦਵਾਈ ਹੈ। ਰੰਜਨ ਕਾਲੀਆ ਜੀ को जलंधर सेंटर ਦੀ ਕਮਾਨ ਸੀ, ਉਹਨਾਂ ਨੇ ਲੀਡ ਦਿਲਵਾਈ ਹੈ। तो क्या वो गैर पंजाबी ने? तो क्या ਉਹਨਾਂ ਦਾ ਸਟਾਈਲ ਗੈਰ ਪੰਜਾਬੀ ਹੈ? ਇਹ ਗੱਲ ਨਹੀਂ ਹੈ। ਉਹਦਾ ਸਟਾਈਲ ਪੰਜਾਬੀ ਹੋਵੇ। ਗੱਲ ਤਾਂ ਇਹ ਹੈ ਕਿ ਜਿਹੜੇ ਬਾਕੀ ਖੇਤਰਾਂ 'ਚ ਪੂਰੇ ਪੰਜਾਬ ਦੇ ਵਿੱਚ ਜਿਹੜੇ ਐਡੀ ਵੱਡੀ ਲੀਡਰਸ਼ਿਪ ਆ ਗਈ ਨਾਲ, ਉਹ ਨਵੇਂ ਵੱਡੇ ਵੱਡੇ ਜਿਹੜੇ ਲੀਡਰ ਵੀ ਆਏ, ਉਹਨਾਂ ਦਾ ਕੋਈ ਫਾਇਦਾ ਹਾਲੇ ਤੱਕ BJP ਜਿਹੜੀ ਆ ਉਹ ਨਹੀਂ ਲੈ ਪਾਈ ਲੱਗਦੀ। ਮੌਜੂਦਾ ਲੀਡਰਸ਼ਿਪ ਦੇ ਵਿੱਚ ਇਹ ਚੀਜ਼ ਤਾਂ ਹੈ ਨਾ, ਉਹਨਾਂ ਦੇ ਕੰਮ ਕਰਨ ਦਾ ਜਿਹੜਾ ਤਰੀਕਾ, ਆਮ ਤੌਰ ਤੇ ਇਲਜ਼ਾਮ ਇਹੀ ਲੱਗਦਾ BJP ਕੇਡਰ ਦੇ ਵਰਕਰ ਹੀ ਕਹੀ ਜਾਂਦੇ ਜੀ ਆ ਕੇ ਹੋਟਲਾਂ ਦੇ ਵਿੱਚ ਜ਼ਿਆਦਾ ਕਰਕੇ ਬੈਠੇ ਰਹੇ, 16 ਕਰੋੜ ਰੁਪਈਆ ਕਹਿੰਦੇ ਇਹਨਾਂ ਨੇ ਹੋਟਲਾਂ ਦਾ ਬਿੱਲ ਆ ਗਿਆ, ਤੇ ਲੇਕਿਨ ਜਨ ਜਨ ਤੱਕ ਜਿਹੜੇ ਆ ਉਹ ਲੀਡਰਸ਼ਿਪ ਨਹੀਂ ਪਹੁੰਚੀ। ਜੇ ਅਗਰ ਪਹੁੰਚਦੀ ਤੇ ਇਕੱਲੇ ਭੰਡਾਰੀ ਸਾਹਿਬ ਤੇ ਸੈਂਟਰ ਦਾ ਇਹ ਹਲਕਾ ਹੀ ਨਾ ਹੁੰਦਾ ਅੱਗੇ ਵਧਿਆ ਹੁੰਦਾ, ਤੇ ਬਾਕੀ ਹਲਕਿਆਂ ਦੇ ਵਿੱਚ ਵੀ BJP ਜਿਹੜੀ ਅੱਗੇ ਵੱਧ ਸਕਦੀ ਸੀ। ਨਹੀਂ ਜੀ, ਗੱਲ ਫੇਰ ਉਹੀ ਆ ਜਾਂਦੀ ਹੈ, ਇਹਨਾਂ ਹਲਕਿਆਂ 'ਚ ਸਾਡਾ ਸਿੰਬਲ ਜਿਹੜਾ ਘਰ ਘਰ ਤੱਕ ਪਹੁੰਚਿਆ ਹੋਇਆ। ਸਾਡੇ ਕੋਲ ਲੋਕਲ ਲੈਵਲ ਤੇ ਲੀਡਰਸ਼ਿਪ ਸੀਗੀ, ਕਿਸੇ ਨੇ MC ਦਾ ਚੁਣਾਵ ਲੜਨਾ ਹੈ, ਕਿਸੇ ਨੇ ਕੋਈ ਹੋਰ ਆਪਣਾ ਪਾਰਟੀ 'ਚ ਅਹੁਦੇਦਾਰੀ ਹੈ, ਇੱਥੇ ਸਾਡਾ ਸੰਗਠਨ ਮਜ਼ਬੂਤ ਸੀਗਾ। ਉਹ ਜਿੱਥੇ ਸੰਗਠਨ ਮਜ਼ਬੂਤ ਹੁੰਦਾ ਹੈ ਉੱਥੇ ਰਿਜ਼ਲਟ ਵੀ ਵੱਖਰੇ ਹੁੰਦੇ ਆ। ਇੱਥੇ ਤਾਂ ਅਸੀਂ ਗਏ ਪਹਿਲੀ ਵਾਰ ਆਪਣਾ ਕਮਲ ਦਾ ਨਿਸ਼ਾਨ ਲੈ ਕਰਕੇ, ਚਾਹੇ ਉਹ ਸ਼ਾਹਕੋਟ ਸੀਗਾ, ਚਾਹੇ ਨਕੋਦਰ ਦਾ ਹਲਕਾ ਸੀ, ਚਾਹੇ ਆਦਮਪੁਰ ਸੀਗਾ, ਕਰਤਾਰਪੁਰ ਸੀਗਾ, ਫਲੋਰ ਸੀਗਾ, ਇੱਥੇ ਅਸੀਂ ਪਹਿਲੀ ਵਾਰ ਗਏ ਆ। ਤੇ ਇਹੀ ਇੱਕ ਕਮੀ ਹੈ ਕਿ ਅਸੀਂ ਥੋੜਾ ਸਾਨੂੰ ਸਮਾਂ ਘੱਟ ਮਿਲਿਆ, ਜਾਂ ਸਾਡਾ ਸੰਗਠਨ ਦਾ ਢਾਂਚਾ ਹੁਣ ਖੜਾ ਹੋ ਰਿਹਾ ਸੀਗਾ ਤੇ ਉੱਤੋਂ ਚੁਣਾਵ ਆ ਗਈ। ਅਦਰਵਾਈਜ਼ ਬਾਕੀ ਚੀਜ਼ਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਟਿੱਪਣੀ ਕਰਨਾ। ਜਾਂਦੇ ਜਾਂਦੇ ਆਪਾਂ ਤੁਹਾਡੇ ਕੋਲ ਇਹ ਗੱਲ ਜ਼ਰੂਰ ਜਾਣਾਂਗੇ, ਹੁਣ ਆਉਣ ਵਾਲੇ ਸਮੇਂ ਦੇ ਜਿਹੜੀਆਂ ਚੋਣਾਂ ਹੋਣ ਵਾਲੀਆਂ ਨੇ ਨਗਰ ਨਿਗਮ ਦੀਆਂ, ਕੀ ਲੱਗਦਾ ਅੱਜ ਜਿਸ ਤਰੀਕੇ ਨਾਲ ਜਿੰਨੀ ਵੋਟ ਹਾਸਲ ਕੀਤੀ ਹੈ, ਜਿਹੜੀ BJP ਆਉਣ ਵਾਲੇ ਜਿਹੜਾ ਇਲੈਕਸ਼ਨ ਹੈ ਉਹਦੇ ਵਿੱਚ ਕਿੱਥੇ ਖੜੀ ਨਜ਼ਰ ਆਊਗੀ? ਕਿਹੜੇ ਕਿਹੜੇ ਹਲਕਿਆਂ ਦੇ ਵਿੱਚੋਂ ਕਿੰਨੇ ਕੁ ਜਿਹੜੇ ਆ, ਕਿਉਂਕਿ ਜੇ ਤੁਸੀਂ ਗੱਲ ਕੀਤੀ ਨਾਰਥ ਔਰ ਸੈਂਟਰਲ ਤੋਂ ਇਲਾਵਾ ਕੈਂਟਾ ਹਲਕਾ ਵੀ ਇਹ ਨਾਲ ਜੁੜਿਆ ਹੋਇਆ ਇਸ ਵਕਤ, ਔਰ ਨਾਲ ਦੀ ਨਾਲ ਜਿਹੜਾ ਪੱਛਮੀ ਹਲਕਾ ਉਹ ਵੀ ਨਾਲ ਜਿਹੜਾ ਜੁੜਿਆ ਹੋਇਆ। ਸ਼ਹਿਰ ਦੀ ਗੱਲ ਕਰਦੇ ਆ ਤੇ ਸ਼ਹਿਰ ਦੇ ਵਿੱਚੋਂ ਕੀ ਲੱਗਦਾ ਕਿੱਥੇ ਕੁ ਸਟੈਂਡ ਕਰਦੀ ਆ, ਕਿਹੜੇ ਖੇਤਰਾਂ 'ਚ BJP ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ? ਮੈਨੂੰ ਲੱਗਦਾ ਕਿ ਜਲੰਧਰ ਵੈਸਟ ਦੇ ਵਿੱਚ ਜਿੱਥੇ ਅਸੀਂ ਟੱਕਰ ਤਾਂ ਦਿੱਤੀ ਹੈ, ਲੀਡ ਨਹੀਂ ਲੈ ਪਾਏ, ਉੱਥੇ ਸਮੀਖਿਆ ਹੋਏਗੀ। ਔਰ ਕੈਂਟ ਦਾ ਕੁਝ ਖੇਤਰ ਜਿਹੜਾ ਹੈ ਉਹ ਸ਼ਹਿਰੀ ਉਹਦੇ ਵਿੱਚ ਕਾਰਪੋਰੇਸ਼ਨ ਦੇ ਅੰਡਰ ਆਉਂਦਾ ਹੈ, ਤੇ ਅਦਰਵਾਈਜ਼ ਜਲੰਧਰ ਨਾਰਥ ਔਰ ਸੈਂਟਰ ਦੇ ਵਿੱਚ ਤਾਂ ਅਸੀਂ ਠੀਕ ਕੀਤਾ ਹੈ, ਅਸੀਂ 1 ਨੰਬਰ ਦੀ ਪਾਰਟੀ ਹਾਂ। तो ਇਹਨਾਂ 2 ਖੇਤਰਾਂ ਵਿਧਾਨ ਸਭਾ ਹਲਕਿਆਂ 'ਚ ਥੋੜੀ ਜਿਹੀ ਜ਼ਿਆਦਾ ਸਾਨੂੰ ਚਿੰਤਾ ਕਰਨ ਦੀ ਲੋੜ ਹੋਏਗੀ, ਮੇਰਾ ਇਹ ਮੰਨਣਾ ਹੈ ਜੀ। ਤੇ ਕਾਂਗਰਸ ਪਾਰਟੀ ਦਾ ਕੀ ਨਜ਼ਰ ਆ ਰਿਹਾ? ਤੁਹਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਏਗਾ, BJP ਦਾ, ਜਾਂ ਕਾਂਗਰਸ ਵੀ ਕਿਤੇ ਖੜੀ ਨਜ਼ਰ ਆਏਗੀ? 3 ਤੇ ਮੁਕਾਬਲਾ ਹੋ ਜਾਊਗਾ? ਇਹ ਕਾਂਗਰਸ ਦਾ ਇਸ ਤਰ੍ਹਾਂ ਨਹੀਂ ਹੈ ਕਿ ਆਪਾਂ ਉਹਨਾਂ ਨੂੰ ਬਿਲਕੁਲ ਹੀ ਰੂਲ ਆਊਟ ਨਹੀਂ ਕਰ ਸਕਦੇ। ਕਾਂਗਰਸ ਵੀ ਹੁਣ MP ਇਲੈਕਸ਼ਨ ਜ਼ਰੂਰ ਹਾਰਿਆ, ਪਰ 2.5 ਲੱਖ ਦੇ ਲਗਭਗ ਵੋਟ ਉਹ ਲੈ ਗਏ ਆ। ਤੇ ਪਰ ਹਾਂ, ਜਿਹੜਾ ਮੁੱਖ ਮੁਕਾਬਲਾ ਹੈ ਉਹ ਮੈਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਆਮ ਆਦਮੀ ਪਾਰਟੀ ਨਾਲ ਰਹਿਣ ਵਾਲਾ ਹੈ ਜੀ। ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਔਰ ਖੁੱਲ ਕੇ ਆਪਣੇ ਜਿਹੜੇ ਵਿਚਾਰ ਸਾਨੂੰ ਦਿੱਤੇ ਨੇ। ਤਕਨੀਕੀ ਖਰਾਬੀ ਕਾਰਨ ਸਾਡੇ ਜਿਹੜੇ ਦੂਜੇ 2 ਸਾਥੀ ਨੇ ਉਹ ਜੁੜ ਨਹੀਂ ਪਾਏ। ਜੇ ਜੁੜੇ ਸੀ ਸਰਾਂ ਸਾਹਿਬ ਤੇ ਉਹਨਾਂ ਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੀ ਆਪਾਂ ਗੱਲ ਸੁਣਦੇ, ਤੇ ਉਸ ਤੋਂ ਪਹਿਲਾਂ ਹੀ ਉਹ ਆਊਟ ਹੋ ਗਏ ਤੇ ਸਾਡੇ ਨਾਲ ਜਿਹੜੇ ਜੁੜ ਨਹੀਂ ਪਾਏ। ਸੋ ਅੱਜ ਦਾ ਜਿਹੜਾ ਅਸੀਂ ਗੱਲਬਾਤ ਹੈ ਇੱਥੇ ਹੀ ਖਤਮ ਕਰਦੇ ਹਾਂ। ਫਿਰ ਕੋਸ਼ਿਸ਼ ਕਰਾਂਗੇ ਕਿ ਦੂਜੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਨਾਲ ਜੁੜ ਕੇ ਇੱਕ ਵਾਰ ਫਿਰ ਆਪਾਂ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀ ਪਾਰਟੀ ਕਿਹੜੇ ਹਾਲਾਤ ਵਿੱਚ ਕਿੱਥੇ ਖੜੀ ਹੈ, ਕਿਹੜੀਆਂ ਕਮੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਪਾਰ ਪਾਉਣਾ ਪਏਗਾ, ਚਾਹੇ ਉਹ BJP ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਸਰਕਾਰ ਹੋਵੇ, ਉਹਦੇ ਅੱਗੇ ਕੀ ਚੁਣੌਤੀਆਂ ਨੇ, ਔਰ ਕਾਂਗਰਸ ਪਾਰਟੀ ਅੱਗੇ ਕੀ ਚੁਣੌਤੀਆਂ ਨੇ। ਇੱਥੇ ਗੱਲਬਾਤ ਖਤਮ ਕਰਦੇ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।